अस्सलाम वालेकुम। उम्मीद करता हूँ खैरियत से होंगे। अल्हम्दुलिल्लाह हम भी बिल्कुल ठीक ठाक है, अल्लाह का शुक्र है। और जनाब आपका एक दफ़ा फिर हमारे यूरोप इन्फो टीवी में वेलकम। तो बहुत माजरत जो है ना, वो ब्लॉगिंग थोड़ी सी मुझसे लेट हो रही है यार। कुछ नए काम, नई जिंदगी और नए लाइफस्टाइल बन रहे हैं, जिसकी वजह से जो है ना वो थोड़ी सी वो क्या उसको कह रहे हैं जी, डिफिकल्टीज आ रही है, मुश्किलात है। तो आज का एक नए ब्लॉग में जनाब हमारे साथ हमारे नए दोस्त मेहमान यूरोप इन्फो टीवी के लिए जनाब सेल में बड़े साहब की नाम है जी, मोहम्मद सुहेल सरा साहब है जनाब। और सुहेल साहब अस्सलाम वालेकुम जनाब। साडा YouTube ਦੇ ਉੱਤੇ ਚੈਨਲ ਹੈ ਜਿਹਦਾ ਨਾਮ ਹੈ ਯੂਰਪ ਇਨਫੋ ਟੀਵੀ, ਤੇ ਉਹਦੇ ਵਾਸਤੇ ਜਿਹੜਾ ਨਾ ਅੱਜ ਤੁਸੀਂ ਟਾਈਮ ਕੱਢਿਆ ਤੇ ਬਹੁਤ ਸ਼ੁਕਰੀਆ। ਇਹਨਾਂ ਕੋਲ ਜਨਾਬ ਅਸੀਂ ਯੂਰਪ ਦੇ ਬਾਰੇ ਇਨਫੋਰਮੇਸ਼ਨ ਲਵਾਂਗੇ, ਕਿਉਂਕਿ ਮਾਸ਼ਾਅੱਲਾ ਇਹਨਾਂ ਨੇ ਡਾਊਨ ਦਾ ਇੰਤਜ਼ਾਰ ਤੇ 11 ਮੁਲਕ ਦੀ ਪੁਲਿਸ ਕਰ ਰਹੀ ਸੀ, ਲੇਕਿਨ ਅਸੀਂ 14-15 ਕ੍ਰਾਸ ਕਰ ਰਹੇ ਹਾਂ। ਇੰਜੀ ਗੱਲ ਹੈ ਜੀ। ਤੇ ਇਹਨਾਂ ਨੇ ਕਿਸ ਤਰ੍ਹਾਂ ਮੁਲਕ ਕ੍ਰਾਸ ਕੀਤੇ ਨੇ, ਕਿਸ ਤਰ੍ਹਾਂ ਇੱਥੇ ਤੱਕ ਪਹੁੰਚ ਗਏ ਨੇ, ਇਹਨਾਂ ਦੀ ਕਾਮਯਾਬੀ ਔਰ ਇਹਨਾਂ ਦਾ ਜਿਹੜਾ ਸਾਰੇ ਸਿਸਟਮ ਨਿਜ਼ਾਮ। ਇਹ ਕਿਹੜੇ ਕਿਹੜੇ ਮੁਲਕ ਜਨਾਬ ਯੂਰਪ ਦੇ ਤੁਸੀਂ ਵਿਜ਼ਿਟ ਕਰ ਲਏ ਨੇ ਸੁਹੇਲ ਸਾਹਿਬ? ਮੈਂ ਤਕਰੀਬਨ 7-8 ਸਾਲ ਹੀ ਹੋਏ ਯੂਰਪ ਦੇ ਜੀ। ਕਿਹੜਾ ਕਿਹੜਾ? ਪਹਿਲਾਂ ਤੇ ਅਸੀਂ ਆਏ ਹਾਂ ਜੀ ਇਟਲੀ ਵੱਲ। ਅੱਛਾ, ਸਹੀ ਹੈ। ਇਟਲੀ ਵੱਲੋਂ ਫਿਰ ਅਸੀਂ ਜੀ ਆਪਣਾ ਗਏ ਹਾਂ ਫਰਾਂਸ। ਫਰਾਂਸ, ਸਹੀ ਹੈ। ਓਕੇ। ਘੁੰਮ ਘੁਮਾ ਚ ਫਿਰ ਜੀ ਅਸੀਂ ਆਪਣਾ ਗਏ ਪੁਰਤਗਾਲ, ਸਪੇਨ ਪਾਰ ਕਰਕੇ। ਵਾਹ, ਸਹੀ ਹੈ। ਅੱਛਾ ਤੇ ਇਹਨਾਂ ਦਾ ਫਿਰ ਬੈਲਜੀਅਮ। ਅੱਛਾ, ਜ਼ਬਰਦਸਤ। ਹੁਣ ਜਿਵੇਂ ਇੱਦਾਂ ਆਏ ਹਾਂ ਹਾਂ, ਫਿਰ ਇਟਲੀ ਆਏ। ਫਿਰ ਇਥੋਂ ਫਿਰ ਘੁੰਮਣਾ ਹੁਣ ਜਿਵੇਂ। ਅੱਛਾ ਜੀ, ਫਿਰ ਬੈਲਜੀਅਮ ਇੰਜੀ ਟੂਰ ਹੈ, ਕ੍ਰਾਸ ਬਾਈ ਕ੍ਰਾਸ। ਸਹੀ ਹੋ ਗਿਆ। ਸੁਹੇਲ ਸਾਹਿਬ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ, ਆਪਣਾ ਨਾਲ ਸਾਡੇ ਦੋਸਤ ਸਾਹਿਬ ਜਨਾਬ ਬੈਠੇ ਨੇ। ਭਾਈ ਸਾਹਿਬ ਤੁਹਾਡਾ ਕੀ ਨਾਮ ਹੈ? ਬਾਬਰ ਅਲੀ। ਤੇ ਪਾਕਿਸਤਾਨ ਕਿਹੜੀ ਜਗ੍ਹਾ ਤੋਂ? ਮਾਸ਼ਾਅੱਲਾ, ਹਾਫਜ਼ਾਬਾਦ ਜੀ। ਸੁਹੇਲ ਸਾਹਿਬ ਤੁਹਾਡਾ ਕਿਹੜਾ ਹੈ? ਜ਼ਿਲ੍ਹਾ ਹਾਫਜ਼ਾਬਾਦ ਹੈ ਤੁਹਾਡਾ ਵੀ। ਤੇ ਸੁਹੇਲ ਸਾਹਿਬ ਵੀ ਹਾਫਜ਼ਾਬਾਦ ਦੇ ਨੇ ਤੇ ਬਾਬਰ ਭਾਈ ਵੀ ਹਾਫਜ਼ਾਬਾਦ ਦੇ ਨੇ। ਤੇ ਅੱਜ ਇਹਨਾਂ ਦੇ ਨਾਲ ਅਸੀਂ ਗੱਪ ਲਾਣੇ ਆ ਕਿ ਯੂਰਪ ਦੇ ਵਿੱਚ ਜਿਸ ਤਰ੍ਹਾਂ ਪਾਕਿਸਤਾਨ ਵਿੱਚ ਰਹਿ ਕੇ ਲੋਕ ਸੋਚਦੇ ਨੇ ਕਿ ਯੂਰਪ ਦੇ ਵਿੱਚ ਜਾ ਕੇ ਤੇ ਆਪਣੀ ਜ਼ਿੰਦਗੀ ਨੂੰ ਅਸੀਂ बेहतरीन बनावांगे, कि वाकई वो निज़ाम जो है वो यहाँ पे होता है, बंदे की जिंदगी आसान हो जाती है। तो सुहेल साहब इसके बारे में आपका क्या ख्याल है कि जितने भी यंगस्टर पाकिस्तान में अभी नौजवान और वो पर तोल रहे हैं कि पाकिस्तान से हम किसी तरह लीगल तरीके या इलीगल तरीके से पाकिस्तान को खैरबाद कहें, वो कहाँ तक मुमकिन है और कौन सा तरीका अच्छा है? लीगल तौर पे तो झूठ है। अच्छा, पहली गल तो हाँ हाँ, दूसरा अनलीगल ही है। अनलीगल होना सख्ती ज्यादा है। अच्छा, सही है। अनलीगल मतलब केड़ा केड़ा तरीका है? अनलीगल डेंकी ਡੈਂਕੀ ਹੋ ਗਈ ਜਿਹੜੀ ਮਸ਼ਹੂਰ ਹੈ ਅਲ ਮਰੂਫ। ਬਾਬਰ ਭਾਈ ਡੈਂਕੀ ਲਫ਼ਜ਼ ਜਿਹੜਾ ਹੈ, ਜਾਂ ਤੁਹਾਨੂੰ ਕੋਈ ਇਹਦੇ ਬਾਰੇ ਪਤਾ ਡੈਂਕੀ ਕਿਸ ਤਰ੍ਹਾਂ ਬਣੀ ਜਾਂ ਡੈਂਕੀ ਦਾ ਮਤਲਬ ਕੀ ਹੈ? ਮੈਨੂੰ ਇਸ ਬਾਰੇ ਇਨਫੋਰਮੇਸ਼ਨ ਨਹੀਂ। ਤੁਸੀਂ ਕਿਸ ਤਰ੍ਹਾਂ ਆਏ ਹੋ? ਮੈਂ ਵੀ ਡੈਂਕੀ ਲਾ ਕੇ ਡੈਂਕੀ ਹੈ ਨਾ, ਲੇਕਿਨ ਉਹਦੇ ਮੈਨੂੰ ਪਤਾ ਨਹੀਂ ਕਿ ਡੈਂਕੀ ਆਜ਼ਾਦ ਕਿਸ ਲਈ ਹੋਈ ਸੀ। ਆਜ਼ਾਦ ਕਿਸ ਲਈ ਹੋਈ ਸੀ? ਸਹੀ ਹੋ ਗਿਆ। ਤੇ ਸੁਹੇਲ ਭਾਈ ਤਕਰੀਬਨ 100 ਸਾਲ ਪਹਿਲਾਂ ਦੀ ਆਜ਼ਾਦ ਹੋਈ ਹੈ। ਅੱਛਾ, ਇਹ ਬੰਦ ਤੇ ਹੋ ਨਹੀਂ ਸਕਦੀ। ਕੋਈ ਯੂਰਪ ਦੀ ਸਾਨੂੰ ਕੋਈ ਗੱਲ ਸੁਣਾਓ ਜਿਹੜੀ ਬੜੀ ਚਸਤੀ ਹੋਵੇ, ਕੋਈ ਵਾਕਿਆਤ ਕਹਾਣੀਆਂ ਨਹੀਂ ਜਿਸ ਤਰ੍ਹਾਂ ਹੁੰਦੀਆਂ। ਵਾਕਿਆਤ ਜ਼ਲਾਲਤਾਂ ਹੀ ਨੇ, ਸਟਾਰਟਿੰਗ ਜ਼ਲਾਲਤਾਂ ਨੇ। ਫਿਰ ਬੰਦਾ ਜਿਹੜਾ ਬੰਦਾ ਨਵਾਂ ਯੂਰਪ ਦੇ ਵਿੱਚ ਨਵਾਂ ਬੰਦਾ ਜਿਹੜਾ ਵੜਦਾ ਹੈ, ਉਹਨੂੰ ਸਭ ਤੋਂ ਪਹਿਲੇ ਕਿਹੜੀਆਂ ਦੇਣ 'ਚ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਨੇ? ਪਹਿਲੀਆਂ ਹੁੰਦੀਆਂ ਨੇ ਜੇ ਅਗਰ ਕਿਸੇ ਦਾ ਕੁਝ ਹੈ ਤਾਂ ਫਿਰ ਤੇ ਬਿਹਤਰ। ਅੱਛਾ, ਸਹੀ ਹੈ। ਹਾਂ ਹਾਂ, ਅਗਰ ਨਹੀਂ ਹੈ ਫਿਰ ਨਾ ਕਿਸੇ ਨੂੰ ਪਤਾ ਕਿਵੇਂ ਕਿੱਧਰ ਜਾਣਾ, ਕੀ ਨਿਜ਼ਾਮ ਹੈ, ਕੀ ਨਹੀਂ। ਸਹੀ ਹੈ। ਹੁਣ ਮੈਂ ਫਸਟ ਜਿਵੇਂ ਮੈਂ ਗਿਆ ਆਪਣਾ ਫਰਾਂਸ ਗਿਆ। ਅੱਛਾ, ਫਰਾਂਸ ਦੇ ਵਿੱਚ ਹੀ ਜਾਂਦੇ ਆ ਆਪਣਾ ਜੀਆਂ ਕੋਈ ਪਹਿਲੀ ਗੱਲ ਤੇ ਕੋਈ ਸਲਾਮ ਦਾ ਹੁੰਦੀ ਕੋਈ ਨਹੀਂ, ਅੱਗੋਂ ਇਨਫੋਰਮੇਸ਼ਨ ਨਹੀਂ ਹੁੰਦੀ ਕਿਵੇਂ ਹੋਣਾ, ਕੀ ਸਿਸਟਮ, ਕੀ ਨਿਜ਼ਾਮ। ਅੱਛਾ ਅੱਛਾ, ਉਥੋਂ ਦਾ ਇਹ ਵੇ ਜੀ ਤੁਸੀਂ ਜਾਂਦੇ ਹੋ, ਜਾ ਕੇ ਤੁਸੀਂ ਅਸਾਈਲਮ ਕਰਾਓ। ਸਹੀ ਹੈ। ਫਿਰ ਉਹ ਤੋਂ ਬਾਅਦ ਤੁਹਾਨੂੰ ਆਪਣਾ ਰਿਹਾਇਸ਼, ਖਾਣਾ ਪੀਣਾ ਉਹ ਉਹਨਾਂ ਦੇ ਜਿੰਨੇ। ਅੱਛਾ, ਸਹੀ ਹੈ। ਪਲੱਸ ਅਗਰ ਤੁਸੀਂ ਅੰਡਰ ਏਜ ਹੋ ਫਿਰ ਤੁਹਾਨੂੰ ਆਪਣਾ ਪੇਪਰਾਂ ਦੇ ਅੰਡਰ ਏਜ ਮਤਲਬ ਮਸਲਨ 18 ਤੋਂ ਥੱਲੇ ਹੋ। ਅੱਛਾ, ਸਹੀ ਹੈ। ਉਹਦੇ ਵੀ ਤੁਹਾਡੇ ਪੇਪਰਾਂ ਦੇ ਚਾਂਸ ਨੇ। ਸਹੀ ਹੈ। ਫਰਾਂਸ ਵਿੱਚ? ਹਾਂਜੀ, ਅੱਛਾ, 100% ਚਾਂਸ ਨੇ। ਹਾਂ ਹਾਂ, ਸਹੀ ਹੈ। ਸਾਨੂੰ ਕੋਈ ਅੱਗੋਂ ਗਾਈਡ ਕਰਨ ਵਾਲਾ ਨਹੀਂ ਹੁੰਦਾ, ਅਸੀਂ ਮੂੰਹ ਚੁੱਕ ਕੇ ਆਪਣਾ ਨਸ ਵਗਣਾ ਜੀ, ਇੱਥੇ ਵੀ ਜਾਣਾ ਤੇ ਇੱਥੇ ਜਾਣਾ। ਸਹੀ ਹੈ। ਇੱਕ ਥਾਂ ਤੇ ਅਸੀਂ ਟਾਈਮ ਨਹੀਂ ਸਪੈਂਡ ਕਰਦੇ, ਉਹਦੀ ਵਜ੍ਹਾ ਤੋਂ ਅਸੀਂ 10-10 20-20 ਸਾਲ ਇੱਥੇ ਹੀ ਜ਼ਲੀਲ ਹੁੰਦੇ ਰਹਿੰਦੇ। ਸਹੀ ਹੋ ਗਿਆ। ਇੱਕ ਤਾਂ ਆਪਣਾ ਇੱਕ ਥਾਂ ਜਿੱਥੇ ਵੀ ਬਹਿ ਜਾਓ ਸਕੂਨ ਦੇ ਨਾਲ ਪ੍ਰੋਸੀਜਰ ਸਮਝ ਆ ਜਾਂਦਾ ਕਿ ਫਿਰ ਕਿਵੇਂ ਤੁਸੀਂ ਲੈਣੇ ਨੇ, ਕੀ ਨਿਜ਼ਾਮ ਹੈ, ਕੀ ਨਹੀਂ। ਬਿਲਕੁਲ ਸਹੀ ਹੈ। ਸਾਡਾ ਇਥੋਂ ਸਿਸਟਮ ਹੁੰਦਾ ਕਿ ਫਰਾਂਸ ਗਏ ਉੱਥੇ ਜ਼ੀਲ ਕਰਾਈ, ਉਹ ਤੋਂ ਉੱਡਨੇ ਆਗਾ ਟੁਰ ਜਾਂਦੇ ਆ, ਉਹ ਤੋਂ ਉੱਡਨੇ ਆਗਾ ਟੁਰ ਜਾਂਦੇ। ਫਿਰ ਅਸੀਂ ਸਾਡਾ ਜੀ ਪੇਪਰ ਨਹੀਂ ਬਣ ਰਿਹਾ, ਸਾਡੇ ਕੋਲ ਕੰਮ ਨਹੀਂ। 10 ਸਾਲ ਹੋ ਗਏ ਨੇ, 10 ਸਾਲ ਹੋ ਗਏ ਨੇ, 20 ਸਾਲ ਹੋ ਗਏ ਨੇ, ਕਮਾਈ ਨਹੀਂ ਕੀਤੀ, ਕੁਛ ਨਹੀਂ ਕੀਤਾ। ਅੱਛਾ, ਫਿਰ ਇਹ ਕੁਛ ਹੀ ਹੁੰਦਾ, ਇੱਕ ਸ਼ਾਈ ਬਚਦੀ। ਹਾਂ ਹਾਂ, ਸਹੀ। ਉੱਥੇ ਜੀ ਜਾਂਦੇ ਨੇ ਕਈ ਜਿਹੜੇ ਨੇ ਉਹ ਆਪਣਾ ਖੈਰੀ ਮੇਰੀ ਸੈਟਲ ਹੋ ਜਾਂਦੇ ਨੇ। ਹੁਣ ਜੀ ਉੱਥੇ ਜਾਂਦੇ ਨੇ ਅੰਡਰ ਏਜ ਜਾਂਦੇ ਨੇ, ਬੜੇ ਜਿਹੇ ਮੁੰਡੇ ਅੰਡਰ ਏਜ ਜਾਂਦੇ ਨੇ। ਸਹੀ। ਉੱਥੇ ਫੌਜਰ ਏਜ ਜਾਂਦੇ ਨੇ, ਫੌਜਰ ਏਜ ਜਾ ਕੇ ਉਹ ਆਪਣਾ ਪੇਪਰ ਸ਼ੇਪਰ ਕਲੀਅਰ ਕਰਦੇ ਨੇ। ਸਹੀ। ਸਹੀ ਹੋ ਗਿਆ। ਉਹ ਜਿਹੜੇ ਤੁਹਾਡੇ ਮੇਰੇ ਜੇ ਆਪਣਾ ਜਾਂਦੇ ਨੇ ਦਿਹਾੜੀਆਂ ਦੇ ਜਾਂਦੇ ਨੇ। ਸਹੀ। ਉਹ ਪੇਪਰਾਂ ਪਿੱਛੇ ਨਹੀਂ ਜਾਂਦੇ। ਹਾਂ ਹਾਂ, ਉਹ ਪੇਪਰ ਲੈ ਕੇ ਤੂੰ 1 ਸਾਲ ਦੇ ਵਿੱਚ ਉਨੀ ਬਚਤ ਕੱਢ ਲੈਂਦੇ ਨੇ ਜਿੰਨੀ ਅਸੀਂ ਆਪਣਾ 10 ਸਾਲਾਂ 'ਚ ਕੱਢਣੇ। ਸਹੀ ਹੋ ਗਿਆ। ਸਹੀ। ਸਾਡੀ ਮਤਲਬ ਜਿਹੜਾ ਲੀਗਲ ਤੌਰ ਤੇ ਕੰਮ ਜਿਹੜੇ ਜ਼ੀਲ ਕਰਾਉਂਦੇ ਨੇ ਉਹ ਵੀ ਲੀਗਲ ਤੌਰ ਫਰਾਂਸ 'ਚ ਕੰਮ ਕਰ ਸਕਦੇ ਨੇ? ਨਹੀਂ,
ਉਹ ਤੁਹਾਨੂੰ ਮਤਲਬ ਇੱਕ ਬੰਦਾ ਨਵਾਂ ਪਾਸ ਹੋਣੇ ਨੇ ਜੀ, ਪਹਿਲੇ ਦਿਨ ਇੱਕ ਬੰਦਾ ਨਵਾਂ ਫਰਾਂਸ ਵਿੱਚ ਐਂਟਰ ਹੋ ਗਿਆ, ਹਾਂਜੀ, ਫਿਰ ਉਹਦਾ ਕੀ ਪ੍ਰੋਸੈਸ ਉੱਥੇ ਮਤਲਬ ਸ਼ੁਰੂ ਕਰਦਾ? ਉਹਨੂੰ ਰੰਦੇਵੂ ਲੈਣਾ ਪੈਣਾ ਫੋਨ ਕਰਕੇ। ਸਹੀ, ਅੱਛਾ, ਨਾ ਰੰਦੇਵੂ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਪੰਜਾਬੀ ਚ ਵੀ ਸਾਨੂੰ ਦੱਸੋ। ਮਸਲਨ ਅਪਾਇੰਟਮੈਂਟ ਲੈਣਾ ਪੈਣਾ। ਸਹੀ, ਅਪਾਇੰਟਮੈਂਟ ਲੈਣੀ ਤੁਸੀਂ। ਸਹੀ, ਉੱਥੇ ਆਫਿਸ ਵਿੱਚ ਜਾਣਾ ਤੁਸੀਂ। ਸਹੀ, ਪਹਿਲੇ ਦਿਨ ਤੁਹਾਨੂੰ ਆਪਣਾ ਉਹ ਕਿਹੜੇ ਆਫਿਸ ਵਿੱਚ ਜਾਣਾ? ਉਹ ਆਫਿਸ ਦਾ ਨਾਮ ਕੀ? ਆਫਿਸ ਆਪਣਾ ਆਫ ਹੀ ਜਾਂਦੇ ਨੇ ਉੱਥੇ, ਤੇ ਆਫ ਹੀ ਜਾਂਦੇ ਨੇ। ਅੱਛਾ, ਸਹੀ, ਆਫਿਸ ਤੇ ਅਸੀਂ ਜਿਵੇਂ ਪੰਜਾਬੀ ਵਿੱਚ ਇੰਗਲਿਸ਼ ਵਿੱਚ ਆਂਦੇ ਨੇ ਆਪਣਾ ਆਫਿਸ। ਨਹੀਂ ਮਤਲਬ ਕਿਹੜਾ ਮਹਿਕਮੇ, ਕਿਹੜੇ ਦਾ ਦਫ਼ਤਰ ਹੈ? ਮਹਿਕਮੇ ਨਹੀਂ, ਪੁਲਿਸ ਦਾ ਵੀ ਨਹੀਂ ਹੈ, ਅਦਾਰਾ ਜਿਵੇਂ ਸਮਝ ਲਓ ਨਾਦਰਾ ਸਿਸਟਮ ਨਾਲ ਸਮਝ ਕਰ ਲਓ। ਹਾਂ, ਅੱਛਾ, ਉਹਦੇ ਨਾਲ ਰਲਦਾ ਮਿਲਦਾ। ਸਹੀ ਹੋ ਗਿਆ। ਉਹਦੇ ਵਿੱਚ ਜੀ ਤੁਸੀਂ ਜਾਣਾ, ਉੱਥੇ ਤੁਹਾਨੂੰ ਲੈਣਾ ਲੱਗੀਆਂ ਦਿਸਣਦੀਆਂ। ਸਹੀ ਹੈ, ਇੱਕ ਉਹਨਾਂ ਦੀ ਜਿਨ੍ਹਾਂ ਦੀ ਡਾਕ ਆਈ, ਦੂਸਰੇ ਜਿਹੜੇ ਸਾਹ ਰੰਦੇਵੂ ਜਿਨ੍ਹਾਂ ਕੋਲ ਨਹੀਂ ਹੈ, ਸਹੀ ਹੈ, ਉਹ ਵੀ ਉੱਥੇ ਜਾਂਦੇ ਨੇ, ਉਹਨਾਂ ਨੂੰ ਉੱਥੋਂ ਲੱਭ ਜਾਂਦੀ ਅਪਾਇੰਟਮੈਂਟ। ਸਹੀ ਹੈ, ਜਿਹੜੇ ਆਪਣਾ ਹੁਣ ਜਾਣ ਲੈਣ ਜਾਂ ਫੋਨ ਕਰਕੇ ਲੈ ਲੈਂਦੇ ਨੇ। ਸਹੀ ਹੈ, ਉਹਨਾਂ ਨੂੰ ਮੈਸੇਜ ਆਇਆ ਹੁੰਦਾ, ਉਹਨਾਂ ਨੂੰ ਜਾਂਦਾ ਮੈਸੇਜ ਵਿਖਾਣਾ, ਉਹਨਾਂ ਤੁਹਾਨੂੰ ਇੱਕ ਵਰਕਾ ਦੇਣਾ। ਸਹੀ ਹੈ, ਉਹਦੇ ਉੱਤੇ ਤੁਸੀਂ ਆਪਣਾ ਡੇਟ ਆਫ ਬਰਥ ਸਾਰਾ ਆਪਣਾ ਡਾਟਾ ਲਿਖਣਾ। ਸਹੀ, ਤੁਹਾਡੀ ਉਮਰ ਕੀ ਹੈ, ਕਿਹੜੀ ਤਰੀਕ ਨੂੰ ਤੁਸੀਂ ਐਂਟਰ ਹੋਏ ਹੋ ਇੱਥੇ ਫਰਾਂਸ ਦੇ ਵਿੱਚ। ਸਹੀ ਹੈ, ਤੁਹਾਡਾ ਨਾਮ ਪਤਾ ਕੀ। ਅੱਛਾ ਜੀ, ਇਹ ਮੁੱਕਿਆ। ਦੂਸਰੇ ਦਿਨ ਜੀ ਤੁਹਾਨੂੰ ਉਹਨਾਂ ਅਪਾਇੰਟਮੈਂਟ ਦੇਣੀ ਹੈ। ਉਹਦੇ ਵਿੱਚ ਤੁਹਾਨੂੰ ਉਹਨਾਂ ਇੱਕ ਆਪਣਾ ਰੈਸਿਪੀ ਦੇਣੀ ਹੈ ਉਹ ਤੁਹਾਨੂੰ। ਸਹੀ ਹੈ, ਦੂਸਰੇ ਦਿਨ ਦੇ ਦੇਣ, ਤੀਸਰੇ ਦਿਨ ਦੇ ਦੇਣ ਅਪਾਇੰਟਮੈਂਟ ਸੈਕੰਡ ਜਿਹੜੀ ਹੋਣੀ। ਉਹਦੇ ਵਿੱਚ ਤੁਹਾਨੂੰ ਆਪਣਾ ਕਾਰਡ ਜਿਹੜਾ ਆਪਣਾ ਏਡ ਕਾਰਡ ਜਿਹੜਾ ਉਹਨਾਂ ਮਦਦ ਵਾਸਤੇ ਦੇਣੇ ਨੇ ਪੈਸੇ। ਸਹੀ, ਅਗਰ ਤੁਸੀਂ ਹੋਟਲ ਲੈਂਦੇ ਹੋ ਨਾਲ ਉਹਨਾਂ ਦੀ ਰਿਹਾਇਸ਼, ਉਹਦੇ ਵਿੱਚ ਇਹ ਬੈਨੀਫਿਟ ਤੁਹਾਨੂੰ ਕਿ ਤੁਹਾਨੂੰ ਰਿਹਾਇਸ਼ ਪਲੱਸ ਤੁਹਾਨੂੰ 200-250 ਰੁਪਇਆ ਖਾਣ ਪੀਣ ਦਾ ਲੱਭੇਗਾ। ਅਗਰ ਨਹੀਂ, ਫਿਰ ਤੁਹਾਡਾ ਇਹ ਵੇ ਕਿ 450, 440 ਯੂਰੋ, 420, 440 ਹਰ ਮਹੀਨੇ ਦੇ ਮਹੀਨੇ ਕੰਟੀਨਿਊ ਤੁਹਾਨੂੰ ਆਉਣਾ ਨਹੀਂ, ਜਿੰਨਾ ਚਿਰ ਤੁਹਾਡੀ ਇਹ ਜ਼ੀਲ ਚੱਲਦੀ ਹੈ। ਪਹਿਲੀ ਆਪਣਾ ਰੈਸਿਪੀ ਉਹਨਾਂ ਤੁਹਾਨੂੰ ਮਹੀਨੇ ਦੀ ਦੇਣੀ ਹੈ। ਅਗਰ ਤੁਹਾਡੇ ਫਿੰਗਰ ਹੋਏ ਨੇ ਕਿਸੇ ਹੋਰ ਮੁਲਕ ਜਿਵੇਂ ਇਟਲੀ ਹੋ ਗਿਆ, ਸਪੇਨ, ਉਰਾਂ ਆਪਣਾ ਜਰਮਨ ਕਿਧਰੇ ਜੀ, ਸਹੀ, ਫਿਰ ਉਹਨਾਂ ਤੁਹਾਨੂੰ ਡੁਬਲਿੰਗ ਦੇ 2 ਮਹੀਨੇ ਦੀ ਰੈਸਿਪੀ ਦੇਣੀ ਹੈ। ਪਹਿਲੀ ਤੋਂ ਬਾਅਦ ਪਹਿਲੀ ਸਾਰਿਆਂ ਨੂੰ ਮਹੀਨੇ ਦੀ ਲੱਭਦੀ, ਦੂਸਰੀ ਜਿੰਦਾ ਆਪਣਾ ਪਹਿਲੇ ਫਿੰਗਰ ਨਿਕਲ ਆਉਣ ਉਹਨੂੰ ਇਹ 2 ਮਹੀਨੇ ਦੀ ਅੱਗੋਂ ਦੇ ਦੇਣ, ਜਿਹਦੇ ਨਾ ਨਿਕਲਣ ਉਹਨੂੰ 9 ਮਹੀਨਿਆਂ ਦੀ। ਉਹ 9 ਮਹੀਨਿਆਂ 'ਚ ਫਿਰ ਅੱਗੋਂ ਤੁਸੀਂ ਇੱਕ ਕੇਸ ਦੇਣਾ ਹੁੰਦਾ ਉਹਨਾਂ ਨੂੰ ਲਿਖ ਕੇ ਕਿ ਮੈਨੂੰ ਕੀ ਮਸਲਾ ਸੀ, ਮੈਂ ਕਿਸ ਤੋਂ ਇੱਥੇ ਆਇਆ। ਸਹੀ ਹੋ ਗਿਆ, ਉਹ ਸਾਰਾ ਪ੍ਰੋਸੀਜਰ ਉਹਨਾਂ ਨੂੰ ਦੱਸਣਾ ਪੈਂਦਾ। ਉਹਨਾਂ ਫਾਈਲ ਤੁਹਾਨੂੰ ਦੇਣੀ ਹੈ, ਫਾਈਲ ਦੇ ਵਿੱਚ ਤੁਹਾਨੂੰ ਉਹਨਾਂ ਆਪਣਾ ਆਹਨਾ ਇਹਦੇ ਉੱਤੇ ਨਾ ਸਾਰਾ ਲਿਖ ਕੇ ਸਾਨੂੰ ਤੇ ਕੇਸ ਸਾਨੂੰ ਖਿਲਾਓ। ਅੱਛਾ, ਉਹਨੂੰ ਤੁਸੀਂ ਬਾਈ ਡਾਕ ਉਹਨਾਂ ਦੇ ਕੋਲ ਖਿਲਾ ਸਕਦੇ ਹੋ, ਤੁਸੀਂ ਉਹਨਾਂ ਦੇ ਦਫ਼ਤਰ ਜਾ ਕੇ ਛੱਡ ਸਕਦੇ। ਸਹੀ ਹੈ, ਉਹਨਾਂ ਦੇ ਬਹੁਤ ਦੁਲੈਖ ਵਿੱਚ। ਸਹੀ ਹੈ, ਉਹ ਬਹੁਤ ਬਾਹਰ ਲੱਗਾ, ਉਹਦੇ ਵਿੱਚ ਤੁਸੀਂ ਜਾ ਕੇ ਡੱਬਾ ਜਿਹੜਾ ਹੁੰਦਾ ਡਾਕਾਂ ਵਾਲਾ ਉਹਦੇ ਵਿੱਚ ਛੱਡ ਸਕਦੇ ਹੋ। ਸਹੀ ਹੈ, ਸਹੀ। ਉਦੋਂ ਬਾਅਦ 9 ਮਹੀਨੇ ਤੁਹਾਡੇ ਕੋਲ ਹੋਣੇ ਨੇ, ਉਹਦੇ ਵਿੱਚ ਤੁਹਾਨੂੰ ਉਹ ਫਿਰ ਆਪਣਾ ਲੈਟਰ ਕੱਲਣ ਦੇ। ਸਹੀ ਹੈ, ਲੈਟਰ ਤੇ ਤੁਹਾਨੂੰ ਉਂਝ ਨਾਰਮਲ ਡਾਕਾਂ ਹੁੰਦੀਆਂ ਰਹਿੰਦੀਆਂ ਨੇ, ਆਪਣਾ ਤੁਹਾਡਾ ਡੋਮਿਸਾਈਲ ਚੇਂਜ ਹੋਣਾ ਜਾਂ ਕੋਈ ਚੀਜ਼। ਸਹੀ ਹੈ, ਜਿਹੜਾ 7ਵੇਂ 8ਵੇਂ ਮਹੀਨੇ ਤੱਕ ਤਕਰੀਬਨ ਤੁਹਾਨੂੰ ਉਹਨਾਂ ਕੇਸ ਦੇ ਫੈਸਲੇ ਵੱਲੋਂ ਆਖਣੇ, ਉਹਨਾਂ ਤੁਹਾਡਾ ਇੰਟਰਵਿਊ ਦਾ ਆਪਣਾ ਡਾਕ ਖਲਾਣੀ, ਡਾਕ ਖਲਾ ਕੇ ਤੇ ਉਹਨਾਂ ਤੁਹਾਨੂੰ ਸੱਦ ਲੈਣ। ਪਹਿਲਾਂ ਅਤਾਸੀ ਕਰਦੇ ਨੇ ਪਿਆ ਜੀ ਤਿਆਰ ਹੋ, ਤੁਹਾਡਾ ਇੰਟਰਵਿਊ ਆ ਗਿਆ, ਪਹਿਲੀ ਡਾਕ। ਸਹੀ ਹੈ, ਇਹ ਤਰੀਕ ਤੱਕ ਤੁਸੀਂ ਆਉਣਾ। ਸਹੀ, ਉਹ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਇੰਨੀ ਤਰੀਕ ਤੱਕ ਜਾਣਾ ਉੱਥੇ। ਪਹਿਲੀ ਡਾਕ ਉਹ ਸੈਕੰਡ ਡਾਕ ਜਿਹੜੀ ਉਹ ਤੁਹਾਡੀ ਆਪਣਾ ਆਵੇ ਦੀ ਆ ਤੁਹਾਡੇ ਕਨਫਰਮ ਡੇਟ ਇੱਥੇ ਤੁਸੀਂ ਇਹ ਜਗ੍ਹਾ ਤੇ ਆ ਜਾਣਾ। ਬਿਲਕੁਲ ਸਹੀ ਹੋ ਗਿਆ, ਦਫ਼ਤਰ ਦਾ ਟਾਈਮ ਦੇਣਾ। ਸਹੀ, ਉੱਥੇ ਜਾਣਾ ਜੀ ਤੁਸੀਂ ਇੰਟਰਵਿਊ ਦੇਣਾ। ਸਹੀ, ਇੰਟਰਵਿਊ ਦਾ ਮਹੀਨਾ 2 ਮਹੀਨਾ ਲੱਗ ਜਾਂਦਾ ਤਕਰੀਬਨ, ਪੈਂਡਿੰਗ ਹੀ ਰਹਿੰਦਾ। ਸਹੀ ਹੋ, ਇਹ ਸਾਰੇ ਪ੍ਰੋਸੈਸ ਵਿੱਚ ਪੈਸੇ ਵੀ ਕਿਤੇ ਦੇਣੇ ਪੈਂਦੇ ਨੇ? ਪੈਸੇ ਕਾਹਦੇ ਦੇਣੇ ਨੇ ਜੀ? ਅਪਾਇੰਟਮੈਂਟਾਂ ਲੈਣ ਦੇ, ਵਸੀਲ ਕਰਾਉਣ ਦੇ, ਕੋਈ ਚੀਜ਼, ਲੈਟਰ ਸੱਟਣ ਦੇ, ਕੋਈ ਚੀਜ਼ ਨਹੀਂ। ਅੱਛਾ, ਉਹ ਵੈਸੇ ਪਾਕਿਸਤਾਨੀ ਪਾਸਪੋਰਟ ਚਾਹੀਦਾ ਹੈ ਡਾਟਾ ਸ਼ੀਟ ਲਿਖਣ ਵਾਸਤੇ? ਤੁਹਾਨੂੰ ਕੋਈ ਚੀਜ਼ ਨਹੀਂ ਚਾਹੀਦੀ। ਸਹੀ ਹੋ ਗਿਆ, ਤੁਸੀਂ ਸਿਰਫ ਆਪਣਾ ਨਾਮ ਪਤਾ ਜਿਹੜਾ ਤੁਹਾਨੂੰ ਆਪ ਵੀ ਪਤਾ ਹੈ, ਨਾਂ ਦਾ ਸਪੈਲਿੰਗ, ਡੇਟ ਆਫ ਬਰਥ, ਕਿੰਨੀ ਤਰੀਕ ਨੂੰ ਐਂਟਰ ਹੋਏ ਹੋ। ਸਹੀ, ਸਿਰਫ ਇਹ ਲਿਖਣਾ। ਬਿਲਕੁਲ ਸਹੀ ਹੋ, ਕਿਉਂਕਿ ਬਾਤ ਕਰ ਆਉਂਦੇ ਨਾ ਕਿ ਉਹ ਫਲਾਣਾ ਬੰਦਾ ਪੁਰਤਗਾਲ ਗਿਆ, ਉੱਥੇ ਵੀ ਪੈਸੇ ਦਿੱਤੇ, ਇਟਲੀ 'ਚ ਪੈਸੇ ਦਿੱਤੇ, ਜਰਮਨੀ 'ਚ ਪਾਕਿਸਤਾਨੀ ਨੂੰ, ਬੰਗਾਲੀ ਨੂੰ ਪੈਸੇ ਦਿੱਤੇ। ਤੁਸੀਂ ਕੋ ਅਗਲਾ ਡਿਮਾਂਡ ਕਰਦੇ ਨੇ ਕੋਈ ਚੀਜ਼ ਦਾ, ਜਾਂ ਤੁਸੀਂ ਜਿਹੜੀ ਕੇਸ ਸਟੋਰੀ ਦੇਣੀ ਹੈ ਨਾ ਉਹਦੇ ਤੇ ਤੁਹਾਡੇ ਲੱਗਣੇ ਨੇ। ਉਹ ਤੁਸੀਂ ਜਾਣਾ ਉੱਥੇ ਸਟ੍ਰਾਸਬਰਗ। ਸਹੀ ਹੈ, ਆਪਣਾ ਇੱਥੇ ਪੈਰਿਸ ਦੇ ਵਿੱਚ ਸਟ੍ਰਾਸਬਰਗ ਸਟਾਪ ਹੈ। ਸਹੀ, ਉੱਥੇ ਤੁਸੀਂ ਜਾਣਾ। ਡਾਰਮੀਚਰ ਨੇ, ਪਾਕਿਸਤਾਨੀ ਵੀ ਨੇ, ਅਫਗਾਨੀ, ਬੰਗਾਲੀ, ਸਾਰਿਆਂ ਦੀਆਂ ਨਾ ਉੱਥੇ ਦੁਕਾਨਾਂ ਨੇ 15-20। ਅੱਛਾ, ਉਹ ਤੋਂ ਜਾ ਕੇ ਡਾਰਮੇ ਚ ਕਰਾਓ ਤੁਸੀਂ ਸਟੋਰੀ, ਜਿਹੜੀ ਤੁਸੀਂ ਉਰਦੂ ਵਿੱਚ ਲਿਖਣੀ ਹੈ, ਫਿਰ ਉਹਨੂੰ ਡਾਰਮੇ ਚ ਕਰਾਓ, ਫ੍ਰੈਂਚ ਚ। ਮਤਲਬ ਉਹਨੂੰ ਤੁਸੀਂ ਉਹਦਾ ਤਰਜਮਾ ਕਰਾ ਲਓ, ਤਰਜਮਾ ਕਰਾ ਕੇ ਟ੍ਰਾਂਸਲੇਸ਼ਨ ਕਰਾ ਕੇ ਉਹ ਵਰਕੇ ਤੁਸੀਂ ਅੱਗੇ ਦੇਣੇ। ਬਿਲਕੁਲ ਸਹੀ। ਮੈਂ ਜਿਹੜੇ ਪੁਰਾਣੇ ਲੋਕ ਉੱਥੇ ਰਹਿ ਰਹੇ ਨੇ, ਜਿਹਨਾਂ ਨੂੰ ਜ਼ੁਬਾਨ ਆਉਂਦੀ ਹੈ, ਉਹ ਲਿਖ ਦਿੰਦੇ ਨੇ। ਬਿਲਕੁਲ ਸਹੀ ਹੋ ਗਿਆ। ਉਦੋਂ ਬਾਅਦ ਜੀ ਆਪਣਾ ਤੁਹਾਡਾ ਪ੍ਰੋਸੀਜਰ ਆ ਗਿਆ ਇੰਟਰਵਿਊ ਦਾ। ਇੰਟਰਵਿਊ ਜਿਵੇਂ ਤੁਹਾਡਾ ਕਲੀਅਰ ਹੋਣਾ, ਬਾਅਦੋਂ ਤੁਹਾਨੂੰ ਮਹੀਨੇ ਤੋਂ ਤੁਹਾਨੂੰ ਉਹਨਾਂ ਜਵਾਬ ਦੇਣਾ ਕਿ ਤੁਹਾਡਾ ਪਾਸ ਹੋਇਆ ਜਾਂ ਫੇਲ ਹੋਇਆ। ਅਗਰ ਤੁਹਾਡਾ ਰਿਫਿਊਜ਼ ਹੋ ਗਿਆ, ਫੇਲ ਹੋ ਗਿਆ, ਫਿਰ ਤੁਹਾਡੇ ਕੋਲ ਹੋਰ ਹੱਲ ਨੇ, ਤੁਹਾਡੇ ਰਾਈਟ ਨੇ ਕਿ ਤੁਸੀਂ ਅੱਗੋਂ ਕਮਿਸ਼ਨ ਤੇ ਆਪਣਾ ਅਪਲਾਈ ਕਰ ਸਕਦੇ ਹੋ ਕਿ ਮੇਰਾ
ਨਹੀਂ ਸਹੀ ਫੈਸਲਾ ਕੀਤਾ ਗਿਆ। ਹਾਂ ਹਾਂ ਸਹੀ ਹੈ, ਫਿਰ ਵੀ ਤੁਹਾਡੇ ਪੈਸੇ ਆਉਂਦੇ ਰਹਿਣਗੇ। ਅਗਰ ਤੁਸੀਂ ਨਹੀਂ ਅਗਾਂਹ ਟੁਰਦੇ, ਨਹੀਂ ਉਹਨਾਂ ਨੂੰ ਕੋਈ ਜਵਾਬ ਦਿੰਦੇ ਕਿ ਅੱਛਾ। ਤੁਹਾਡਾ ਇੰਟਰਵਿਊ ਦਾ ਜਵਾਬ ਪਹਿਲੇ ਦਾ ਆ ਗਿਆ, ਹਾਂ ਹਾਂ ਤੁਸੀਂ ਅਗਲੇ ਦਾ ਨਹੀਂ ਜਵਾਬ ਦਿੰਦੇ ਸਹੀ ਹੋ ਗਿਆ, ਕਿ ਅਸੀਂ ਅੱਗੋਂ ਆਪਣਾ ਹਾਈ ਕੋਰਟ ਤੱਕ ਜਾਂਦੇ ਹਾਂ ਪਲੱਸ ਸਮਝ ਲਓ, ਸਹੀ ਹੋ ਗਿਆ, ਫਿਰ ਉਹਨਾਂ ਨੂੰ ਕੋਈ ਚੱਕਰ ਨਹੀਂ, ਫਿਰ ਤੁਹਾਡਾ ਉਸੇ ਮਹੀਨੇ ਦੇ ਵਿੱਚ ਹਰ ਚੀਜ਼ ਖਤਮ। ਸਹੀ ਹੋ ਸਹੀ ਗਿਆ। ਹੈ, ਤੁਹਾਡੀ ਆਪਣਾ ਸੁਰਤੀ ਲੈਟਰ ਤੁਹਾਨੂੰ ਦਿੱਤਾ ਜਾਏਗਾ, ਜਿਹੜਾ ਪਹਿਲਾ ਕੇਸ ਤੁਹਾਡਾ ਉੱਡਿਆ ਸ਼ੋਰਟੀ ਲੈਟਰ ਮਤਲਬ ਕਾਦੇ ਸੁਰਤੀ ਵਾਸਤੇ? ਲੈਟਰ ਮਸਲਨ ਕਿ ਮੁਲਕ ਬਦਰ ਹੋਣ ਵਾਲਾ ਤੇ ਅੱਛਾ ਮੁਲਕ ਛੱਡ ਦੇ। ਸਹੀ ਹੋ ਗਿਆ, ਸਹੀ ਹੈ, ਆ ਵਾਰਨਿੰਗ ਦੇ ਦਿਨ ਨੇ ਤੁਹਾਡੇ 15 ਦੇ ਦਿਨ 20 ਦੇ ਦਿਨ, ਸਹੀ ਉਹਦੇ ਹੋ ਵਿੱਚ ਗਿਆ। ਤੁਸੀਂ ਮੁਲਕ ਛੱਡਣਾ। ਅੱਛਾ ਇਹ ਫਰਾਂਸ ਵਾਲਿਆਂ ਦਾ? ਇਹ ਫਰਾਂਸ ਵਾਲਿਆਂ ਨੇ। ਤੇ ਜਿਨ੍ਹਾਂ ਨੂੰ ਇਹ ਮਿਲ ਜਾਂਦਾ ਹੈ ਫਿਰ ਉਹ ਲੋਕ ਅੱਗੋਂ ਕੀ ਕਰਦੇ ਨੇ? ਉਹ ਲੋਕ ਵੀ ਰਹਿ ਰਹੇ ਨੇ, ਪੁੱਛਦਾ ਤੇ ਉੱਤੇ ਹੈ ਕੋਈ ਨਹੀਂ, ਪੇਪਰਾਂ ਦਾ ਮਸਲਾ ਤੇ ਨਹੀਂ ਕੰਮ ਉਹ ਲੀਗਲ ਤਰੀਕੇ ਨਾਲ ਨਹੀਂ ਕਰ ਸਕਦੇ ਫਿਰ? ਨਹੀਂ ਲੀਗਲ ਨਾਲ ਨਹੀਂ ਕਰ ਸਕਦੇ। ਤੇ ਜ਼ਿਆਦਾ ਕੰਮ ਫਰਾਂਸ ਦੇ ਵਿੱਚ ਆਂਦੇ ਨੇ ਜੀ, ਰੰਗ ਕਰਨ ਦਾ ਕੰਮ ਹੈ, ਇਹਦੇ ਬੜੇ ਪੈਸੇ ਨੇ, ਇਹਦੇ ਚ ਕਿੰਨੀ ਕੁ ਹਕੀਕਤ ਹੈ? ਹਕੀਕਤ ਜਿਹੜਾ ਬੰਦਾ ਜਿੰਨਾ ਟਿਲ ਮਾਰੇ ਉਹ ਹਿਸਾਬ। ਮੈਂ ਰੰਗ ਚੁੱਕ ਕੇ ਲਿਜਾਣਾ ਪੈਂਦਾ ਜਾਂ? ਚੁੱਕ ਕੇ ਥੋੜਾ ਲਿਜਾਣਾ ਪੈਂਦਾ, ਚੁੱਕ ਕੇ ਉਹਨਾਂ ਤੁਹਾਨੂੰ ਕਿਹੜਾ ਆਪਣਾ ਪਿਛਲੇ ਪਿੰਡੋਂ ਆਖਣੇ ਚੁੱਕ ਕੇ ਲੈ ਕੇ ਆਓ। ਅੱਛਾ ਇਹ ਆਪਣੀ ਮਿਹਨਤ, ਇਹ ਆਪਣੀ ਮਿਹਨਤ। ਸਹੀ ਹੋ ਗਿਆ, ਮਤਲਬ ਜ਼ਿਆਦਾਤਰ ਪਾਕਿਸਤਾਨੀ ਜਾ ਕੇ ਉੱਥੇ ਰੰਗ ਦਾ ਹੀ ਕੰਮ ਕਿਉਂ ਕਰਦੇ ਨੇ? ਰੰਗ ਦਾ, ਬਿਜਲੀ ਦਾ, ਹੋਰ ਹੈ ਕੋਈ ਨਹੀਂ, ਹੱਲ ਨਹੀਂ ਹੈ, ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈ। ਅੱਛਾ ਇਸ ਵਾਸਤੇ ਜਿਹੜਾ ਬੰਦਾ ਗੈਰ ਕਾਨੂੰਨੀ ਜਾਂਦਾ ਹੈ ਗੈਰ ਕਾਨੂੰਨੀ ਉਹਦੇ ਵਾਸਤੇ ਉੱਥੇ ਰੰਗ ਦਾ ਕੰਮ ਕਮਰਿਆਂ ਦੇ ਵਿੱਚ ਕਰਨਾ ਪੈਂਦਾ, ਕਮਰਿਆਂ ਦੇ ਵਿੱਚ ਅੰਤਰੀਅਰ ਦਾ ਨਾ ਐਕਸਟਰੀਅਰ ਨਹੀਂ, ਐਕਸਟਰੀਅਰ ਹੁੰਦਾ ਹੈ ਬਾਹਰ ਦਾ, ਅੱਛਾ ਅੰਤਰੀਅਰ ਹੁੰਦਾ ਹੈ ਅੰਦਰ ਦਾ। ਅੱਛਾ ਸਹੀ ਹੈ, ਸਹੀ ਹੋ ਗਿਆ। ਅੰਦਰ ਦਾ ਹੁੰਦਾ ਵੇ ਕਿ ਨਾ ਇਹਨਾਂ ਚੈੱਕ ਹੁੰਦਾ, ਕੰਟਰੋਲ ਹੁੰਦਾ, ਨਾ ਕੁਛ ਨਾ ਕੁਛ। ਮਤਲਬ ਬੰਦੇ ਨੂੰ ਖਤਰਾ ਨਹੀਂ, ਪੁਲਿਸ ਖਤਰਾ ਨਹੀਂ ਹੈ, ਬੰਦਾ ਸਕੂਨ ਦੇ ਨਾਲ ਕੰਮ ਕਰ। ਉਹਨਾਂ ਨੂੰ ਤਨਖਾਹ ਜਿਹੜਾ ਉਹ ਕਿਸ ਤਰ੍ਹਾਂ ਮਿਲਦੀ ਹੈ ਫਿਰ? ਤਨਖਾਹ ਜੀ ਉੱਥੇ ਜ਼ਲੀਲ ਕਰਦੇ ਨੇ ਜੀਆਂ। ਅੱਛਾ ਸਹੀ ਹੈ, ਠੇਕੇਦਾਰ ਹੁੰਦੇ ਨੇ? ਠੇਕੇਦਾਰ ਖੂਨ ਚੂਸਦੇ ਨੇ ਮਹੀਨਾ। ਓਏ ਹੋਏ ਹੋਏ। ਬਾਅਦੋਂ ਆਪਣਾ 15 ਤਰੀਕ 20 ਤਰੀਕ ਨੂੰ ਜਾ ਕੇ ਤੇ ਆਪਣਾ ਕੋਈ ਹਿਸਾਬ ਕਿਤਾਬ ਸ਼ੁਰੂ ਹੁੰਦਾ ਉਹਨਾਂ ਦਾ। ਹਾਂ ਕਈ ਹੈ ਨੇ ਜਿਹੜੇ ਚੰਗੇ ਨੇ, ਉਹ ਅੱਛਾ। ਪਹਿਲੀ ਦੀ ਪਹਿਲੀ ਆਪਣਾ ਜੀਆਂ ਨੂੰ ਐਸਪੀਐਸ ਨਗਦ ਦੇ ਛੱਡਦੇ ਨੇ। ਅੱਛਾ ਸਹੀ ਹੈ, ਕਈ ਜਿਹੜੇ ਨੇ ਉਹ ਆਪਣਾ ਵਿਰਮਾ ਕਰਦੇ ਨੇ, ਪਹਿਲਾਂ ਚੈੱਕਾਂ ਵਾਲਾ ਸਿਸਟਮ ਸੀ ਉਹ ਜਾਲੀ ਦੇ ਛੱਡਦੇ ਸਨ। ਸਹੀ ਹੈ, ਉਹ ਜੀ ਮੂੰਹਾਂ ਲਵੇਂਦੇ ਰਹਿੰਦੇ ਸਨ, ਮਹੀਨਾ ਕੰਮ ਕੀਤਾ ਸਹੀ ਹੈ, ਮਹੀਨਾ ਉਹ ਚੈੱਕ ਤੇ ਲੱਗ ਜਾਂਦਾ ਸੀ। ਅੱਛਾ ਸਹੀ ਹੈ, ਤੇ ਉਹ ਅੱਗੋਂ ਕੱਢਣ ਦੇ ਉਹ ਜਿਹੜੇ ਪੈਸੇ ਅਕਾਊਂਟ ਦੇ ਵਿੱਚ ਆਉਣੇ ਨੇ, ਮਹੀਨਾ ਆਉਂਦਾ, ਉਹ 3 ਮਹੀਨਿਆਂ ਬਾਅਦ ਪਹਿਲੀ ਤਨਖਾਹ ਬੰਦੇ ਤੱਕ ਪੜਦੀ ਸੀ। 45 ਦਿਨਾਂ ਬਾਅਦ ਬੰਦਾ ਜ਼ਲੀਲ ਹੋ ਜਾਂਦਾ ਸੀ। ਜ਼ਲੀਲ। ਸਹੀ ਹੁਣ ਚੈੱਕ ਜਿਹੜੇ ਜਾਲੀ ਪਹਿਲਾਂ ਪੈਂਦੇ ਸਨ ਉਹ ਨਕੀ ਬੰਦ। ਸਹੀ ਹੈ ਸਹੀ, ਹੁਣ ਚੈੱਕਾਂ ਵਾਲਾ ਨਿਜ਼ਾਮ ਖਤਮ ਹੋਇਆ, ਹੁਣ ਜੀ ਸੈਲਰੀ ਆਉਂਦੀ ਹੈ ਆਪਣਾ ਅਕਾਊਂਟ ਤੇ। ਸਹੀ ਅਕਾਊਂਟ ਤੇ ਵੀ ਸਾਡੇ ਕੋਲ ਲੀਗਲ ਰਾਈਟ ਹੀ ਕੋਈ ਨਹੀਂ ਹੈ। ਸਹੀ ਹੈ, ਉਹ 500 ਰੁਪਇਆ ਤੁਸੀਂ ਹਫਤਾ ਕੱਢ ਸਕਦੇ ਏਟੀਐਮ ਵਿੱਚੋਂ। ਸਹੀ ਸਹੀ ਹੈ, ਉਹ ਜੇ ਕੋਈ ਤੁਹਾਡਾ 2000 ਵਿੱਚ ਆਇਆ, ਉਹ ਮਹੀਨਾ ਤੁਹਾਡਾ ਪੂਰਾ ਲੱਗ ਜਾਣਾ ਜੀ, 500 ਕੱਢਦੇ ਆ। ਸਹੀ ਸਹੀ ਹੈ, ਉਹ ਜ਼ਲਾਲਤ ਸਾਡੀ ਉੱਥੇ ਦੀ ਉੱਥੇ। ਸਹੀ ਹੈ, ਹਾਂ ਉਹ ਵੀ ਉਹ ਜੀ ਜਾ ਕੇ ਦਿੰਦੇ ਨੇ 15 ਨੂੰ 20 ਨੂੰ। ਸਹੀ ਹੈ, ਉਹ 45 ਦਿਨ ਜਾਂ 60 ਦਿਨਾਂ ਬਾਅਦ ਤੁਹਾਡਾ ਪਹਿਲੀ ਤਨਖਾਹ ਸੈਲਰੀ ਪੈਂਦੀ ਹੈ ਤੁਹਾਡੇ ਅਕਾਊਂਟ ਦੇ ਵਿੱਚ। ਸਭ ਤੋਂ ਉਹ ਫਿਰ ਸਭ ਤੋਂ ਜ਼ਿਆਦਾ ਵੱਡੀ ਪਰੇਸ਼ਾਨੀ ਫਰਾਂਸ ਦੇ ਵਿੱਚ ਜਿਹੜਾ ਰਹਿ ਗਈ ਪੇਸ਼ ਆਉਂਦੀ, ਪੈਸੇ ਲੋਕ ਪੈਸੇ ਨਹੀਂ ਦਿੰਦੇ। ਪੈਸੇ ਨਹੀਂ ਦਿੰਦੇ, ਜ਼ਲਾਲਤ। ਫਿਰ ਅਗਰ ਤੁਹਾਡੀ ਤਨਖਾਹ ਆ ਗਈ ਹੈ ਉਹਨੂੰ 2 ਮਹੀਨੇ ਲੱਗ ਜਾਂਦੇ ਨੇ। ਹਾਂ ਸਹੀ ਹੈ, ਅਗਰ ਬੰਦਾ ਚੰਗਾ ਹੋਵੇ ਤਾਂ ਫਿਰ ਤੇ ਠੀਕ ਹੈ, ਫਿਰ ਸਵਾ ਮਹੀਨੇ ਦੇ ਵਿੱਚ ਮਸਲਨ ਕਿ 1 ਮਹੀਨਾ 15 ਦਿਨ 10-15 ਦੇ ਦੁਆਲੇ ਤਨਖਾਹ ਕਲੀਅਰ ਕਰਦੇ ਨੇ। ਸਹੀ ਵਿੱਚ ਜੀ ਚੰਗੇ ਵੀ ਨੇ, ਉਹ ਆਪਣਾ ਨਗਦ ਦੇ ਛੱਡਦੇ ਨੇ ਪਹਿਲੀ ਤੇ ਪਹਿਲੀ। ਸਹੀ, ਇਹ ਤੁਸੀਂ ਇੰਨਾ ਜਿਹੜਾ ਨਾ ਏਰੀਆ ਫਿਰ ਦਿੱਤਾ ਹੈ, ਮੁਲਕ ਫਿਰ ਦਿੱਤੇ ਨੇ, ਜਿਹੜੇ ਨਵੇਂ ਬੰਦੇ ਆਉਣਾ ਚਾਹ ਰਹੇ ਨੇ ਬਾਈ ਏਰੀਆ ਡੈਂਕੀਲਾ ਕਿਸੇ ਤਰੀਕੇ ਵੀ, ਉਹਨਾਂ ਨੂੰ ਤੁਸੀਂ ਕੋਈ ਗੱਲ ਆਖਣਾ ਚਾਹੋ ਕਿ ਆਪਣਾ ਪੇਪਰਾਂ ਦਾ ਪ੍ਰੋਸੈਸ ਕਿਸ ਤਰ੍ਹਾਂ ਸ਼ੁਰੂ ਕਰ ਸਕਦੇ ਨੇ? ਜਿਹੜਾ ਐਕਸਪੀਰੀਅੰਸ ਤੁਹਾਨੂੰ ਹੋਇਆ ਕਿ ਜੀ ਆਹ ਕੰਮ ਮੈਂ ਕਰਨਾ ਚਾਹੀਦਾ ਸੀ, ਮੈਂ ਨਹੀਂ ਕੀਤਾ, ਗਲਤ ਕੀਤਾ, ਤੁਸੀਂ ਦੂਸਰੇ ਦੋਸਤਾਂ ਨੂੰ ਦੱਸਣਾ ਚਾਹੋ? ਸਭ ਤੋਂ ਬਿਹਤਰ ਇਹ ਹੀ ਹੈ, ਆਉਂਦੇ ਜਾਣ, ਜਿਵੇਂ ਇੱਥੇ ਐਂਟਰ ਹੁੰਦੇ ਨੇ, ਕਿਹੜੀ ਜਗ੍ਹਾ ਤੇ, ਕਿਹੜੇ ਮੁਲਕ ਵਿੱਚ, ਕਿਸੇ ਚ ਵੀ ਹੁੰਦੇ ਨੇ। ਅੱਛਾ ਸਹੀ ਹੈ, ਬਿਹਤਰ ਇਹ ਵੇ ਕਿ ਸਭ ਤੋਂ ਪਹਿਲਾਂ ਪੁਰਤਗਾਲ ਜਾਣ। ਸਹੀ ਹੈ, ਅੱਛਾ 1 ਸਾਲ ਦੇ ਵਿੱਚ 1.5 ਸਾਲ ਕਰ ਲਓ, 1 ਸਾਲ ਕਰ ਲਓ, ਉਹਦੇ ਵਿੱਚ TRC ਲੱਭ ਜਾਂਦੀ। ਅੱਛਾ ਜੀ। ਸਹੀ ਹੈ, ਪੇਪਰ ਲੱਭ ਜਾਂਦੇ ਨੇ, 5 ਸਾਲਾਂ ਬਾਅਦ ਪਾਸਪੋਰਟ ਲੱਭ ਜਾਂਦਾ। ਹਾਂ ਸਹੀ ਹੈ, ਕੁਝ ਜ਼ਬਾਨ ਸਿੱਖ ਲੈਣ, ਉੱਤੇ ਕੋਰਸ ਕਰਨ, ਡਿਪਲੋਮੇ ਕਰਨ। ਹਾਂ ਸਹੀ ਹੈ, ਮਾੜੇ ਮੋਟੇ ਕੰਮ ਸ਼ਮ ਵੀ ਕਰਨ ਨਾਲ। ਸਹੀ ਹੋ ਗਿਆ, ਸਹੀ, ਉੱਥੇ ਤੁਸੀਂ ਲੀਗਲ ਕੰਮ ਕਰ ਸਕਦੇ। ਬਿਲਕੁਲ ਠੀਕ ਹੋ, ਤੁਸੀਂ ਪਾਸਪੋਰਟ ਲਵੋ, ਬਾਅਦ ਜਿੱਥੇ ਮਰਜ਼ੀ ਜਾਓ। ਜ਼ਬਰਦਸਤ ਹੋ ਗਿਆ। ਉਹਦੇ ਤੋਂ ਇਲਾਵਾ ਬਿਲਕੁਲ ਜ਼ਲਾਲਤ ਹੈ। ਸਹੀ ਹੈ, ਹੁਣ 950 ਯੂਰੋ ਜਿਹੜਾ ਹੈ ਉਹ ਤੁਸੀਂ ਮਹੀਨੇ ਦਾ ਦੇਣਾ ਹੁੰਦਾ, ਜਿਹੜਾ ਫਰਾਂਸ ਦੀ ਹਕੂਮਤ ਨੂੰ ਦੇਣਾ ਹੈ 1 ਮਹੀਨੇ ਦਾ ਟੈਕਸ। ਵਾਹ। ਸਹੀ ਹੈ, ਉਹਦੇ ਵਿੱਚ ਜਿਹੜਾ ਬੰਦਾ ਨਵਾਂ ਵੇ ਉਹਦੀ 1000-1200 ਰੁਪਇਆ ਤਨਖਾਹ ਬਣਦੀ ਹੈ, ਉਹ 950 ਉਹਨਾਂ ਨੂੰ ਕਿਵੇਂ ਦੇਵੇ? ਸਹੀ ਹੈ, ਸਹੀ ਹੈ, ਲੀਗਲ ਤੌਰ ਤੇ ਕੋਈ ਡਿਕਲੇਅਰ ਨਹੀਂ ਕਰਦਾ। ਸਹੀ ਹੈ, ਤੇ ਡਿਕਲੇਅਰ ਕਰਕੇ ਅਗਲੇ ਦਾ ਟੈਕਸ ਦੇਵੇ, ਸਾਰਾ ਕੁਝ ਕਰੇ, ਉਹ ਤੇ ਵਿੱਚ ਝੂਠ। ਅੱਛਾ ਸਹੀ ਹੈ, ਰਹਿ ਗਿਆ ਦੂਸਰਾ ਇਹੀ ਹੱਲ ਇਹਨਾਂ ਕੋਲ ਕਿ ਪੇਪਰ ਉੱਥੇ ਅਪਲਾਈ ਕਰਨ। ਸਹੀ ਹੈ, ਸਭ ਤੋਂ ਬਿਹਤਰ ਯੂਰਪ ਦਾ ਜਿਹੜਾ ਮੁਲਕ ਪੇਪਰਾਂ ਲਾਉਣੇ ਉਹ ਹੈ ਪੁਰਤਗਾਲ। ਸਹੀ ਹੋ, ਸਹੀ ਹੈ, ਸਕੂਨ ਦੇ ਨਾਲ ਜਾਓ, ਪੇਪਰ ਅਪਲਾਈ ਕਰੋ। ਉਸ ਤੋਂ ਬਾਅਦ ਝੂਠ ਹੀ ਹੈ, ਨਹੀਂ ਪੁਰਤਗਾਲ ਤੋਂ ਬਾਅਦ ਇਟਲੀ। ਸਹੀ ਹੋ, ਉਹ ਵੀ ਇਮੀਗ੍ਰੇਸ਼ਨ ਖੁੱਲੀ ਹੋਵੇ ਤੇ। ਕਿਉਂਕਿ ਮੇਰੇ ਨਾਲ ਜਿਹੜੀ ਹੋਈ ਹੈ, ਮੈਂ ਅੱਜ ਜਿਹੜਾ ਇੰਟਰਵਿਊ ਦੇਣ ਡਿਆ, ਮੈਂ 5 ਸਾਲਾਂ ਬਾਅਦ ਦਾ ਦੇਣ ਡਿਆ, ਜਿਹੜਾ ਮੇਰੇ ਪੇਪਰਾਂ ਦਾ ਪ੍ਰੋਸੀਜਰ ਚੱਲੇ। ਅੱਛਾ ਜੀ। ਸਹੀ ਹੈ, 2020 ਦੇ ਕਰਾਏ 25 ਆ ਗਿਆ। ਹਾਂ ਪੇਪਰ ਅਜੇ ਨਹੀਂ ਹੱਥੇ ਨਾ ਪੜਾਏ।
ਸਹੀ ਹੋ ਗਿਆ। ਤੁਹਾਨੂੰ ਕਿੰਨਾ ਅਰਸਾ ਹੋ ਗਿਆ ਇਸ ਤਰ੍ਹਾਂ ਜਿਹੜਾ ਉਹ ਆਪਣਾ ਯੂਰਪ ਦੇ ਵਿੱਚ? ਮੈਨੂੰ ਤਕਰੀਬਨ 7 ਤੋਂ 8 ਸਾਲ ਹੋ ਗਏ। 7 ਤੋਂ 8 ਸਾਲ ਹੋ ਗਏ ਨੇ, ਹਲੇ ਤੱਕ ਪੇਪਰ ਤੁਹਾਡੇ ਨਹੀਂ ਪੇਪਰ ਬਣੇ? ਕਲੀਅਰ ਨਹੀਂ। ਜਿਹੜੇ ਲੋਕ ਮਤਲਬ ਪਾਕਿਸਤਾਨ ਵਿੱਚ ਚਾਹੁੰਦੇ ਨੇ ਜੀ ਮੁੰਡਾ ਜਿਹੜਾ ਨਾ 7-8 ਸਾਲ ਹੋ ਗਏ ਨੇ ਬਾਹਰ, ਪਤਾ ਨਹੀਂ ਪੇਪਰ ਬਣਨੇ ਨੇ ਨਹੀਂ ਬਣਨੇ। ਨਹੀਂ ਮੇਰੀ ਗਲਤੀ ਹੈ ਨਾ, ਮੈਨੂੰ ਕਿਸੇ ਗਾਈਡ ਨਹੀਂ ਕੀਤਾ। ਅੱਛਾ ਅੱਛਾ ਮੈਂ ਆਪ ਹੀ ਆਪਣਾ ਜ਼ਲਾਲਤ ਲੈ ਕੇ ਹੁਣ ਸਮਝ ਆਈ ਹੈ, ਹੁਣ ਪਤਾ ਲੱਗਿਆ, ਹੁਣ ਮਗਰ ਲੱਗਾ ਜੀ। ਘਰ ਬੈਠੇ ਤੁਸੀਂ ਆਪਣਾ ਤਜਰਬਾ ਸ਼ੇਅਰ ਕਰ ਰਹੇ ਹੋ, ਜਿਹੜਾ ਦੋਸਤਾਂ ਨੂੰ ਦੱਸ ਰਹੇ ਹੋ ਕਿ ਯਾਰ ਮੈਂ ਇਹ ਗਲਤੀ ਕੀਤੀ ਹੈ, ਤੁਸੀਂ ਨਾ ਕਰਿਆ ਜੀ। ਇੰਨੀ ਕੋਈ ਗਾਈਡ ਨਹੀਂ ਕਰਦਾ, ਉਹਦਾ ਇਹ ਹੁੰਦਾ ਬੰਦਾ ਫਿਰ ਜ਼ਲਾਲਤ ਲੈ ਕੇ ਅਖੀਰੀ ਬੰਦੇ ਨੂੰ ਸਮਝ ਆਉਂਦਿਆਂ ਉਹ ਟਾਈਮ ਲੱਗ ਜਾਂਦਾ। ਸਹੀ ਹੈ। ਹੁਣ ਮੈਨੂੰ 2-3 ਸਾਲ ਹੋਏ ਨੇ ਮਸਲਨ ਆਪਣਾ ਇਟਲੀ ਦੇ ਜਮਾ ਕਰਾਏ ਸਨ। ਅੱਛਾ। ਸਹੀ, ਇਮੀਗ੍ਰੇਸ਼ਨ ਖੁੱਲੀ ਸੀ ਕਰੋਨਾ ਤੋਂ ਬਾਅਦ। ਹਾਂ ਅਪਲਾਈ ਕਰ ਦਿੱਤੇ ਸਨ। ਸਹੀ ਹੈ। ਅਪਲਾਈ ਤੋਂ ਬਾਅਦ ਹੁਣ ਉਹਨਾਂ ਮੈਨੂੰ 3 ਸਾਲਾਂ ਬਾਅਦ ਜਵਾਬ ਦਿੱਤਾ ਸੀ। ਪਹਿਲਾ ਜਿਹੜਾ ਸੀ ਕਿ ਤੁਸੀਂ ਆ ਕੇ ਸਾਈਨ ਕਰਨਾ ਕੰਟਰਾ, ਉਹ ਕੰਟਰੈਕਟ ਸਾਈਨ ਹੋਇਆ ਜੀ। ਸਾਲ ਬਾਅਦ ਫਿੰਗਰਾਂ ਦੀ ਡੇਟ ਸੀ। ਸਹੀ ਹੈ। ਤੇ ਉਹ ਅੱਜ ਆਏ ਆ ਤੇ ਫਿੰਗਰ ਦੇਣ। ਸਹੀ ਹੈ। ਤੇ ਹੁਣ ਪਤਾ ਨਹੀਂ ਮਹੀਨਾ ਲਾਉਂਦੇ ਨੇ 2 ਲਾਉਂਦੇ ਨੇ, ਹਜੇ ਵੀ ਕਾਰਡ ਤੇ ਪੈਂਡਿੰਗ ਸਿਸਟਮ। ਸਹੀ ਹੋ ਗਿਆ। ਸਹੀ ਹੈ। ਬਿਲਕੁਲ। ਮਤਲਬ ਤੁਸੀਂ ਪੇਪਰ ਇਟਲੀ ਦੇ ਲੈਣ ਆਏ ਹੋ, ਕੰਮ ਤੁਸੀਂ ਫਰਾਂਸ ਵਿੱਚ ਕਰ ਰਹੇ ਹੋ ਤੇ ਪਾਸਪੋਰਟ ਤੁਸੀਂ ਪੁਰਤਗਾਲ ਵਿੱਚ ਅਪਲਾਈ ਕੀਤਾ ਹੈ। ਹੁਣ ਹੋਰ ਲੋ ਜੀ, ਇਹ ਸੁਹੇਲ ਭਾਈ ਦੀ ਸਟੋਰੀ ਸੀ ਜਨਾਬ। ਤੇ ਉਮੀਦ ਹੈ ਕਿ ਤੁਹਾਨੂੰ ਸਟੋਰੀ ਪਸੰਦ ਆਈ ਹੈ। ਅਗਰ ਪਸੰਦ ਆਈ ਹੋਵੇ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਤੁਸੀਂ ਜ਼ਰੂਰ ਇਜ਼ਹਾਰ ਕਰਨਾ ਹੈ। ਮਜ਼ੀਦ ਹੋਰ ਵੀ ਅਗਰ ਇਨਫੋਰਮੇਸ਼ਨ ਕੋਈ ਚਾਹੀਦੀ ਹੈ ਸਾਨੂੰ ਜ਼ਰੂਰ ਦੱਸਣਾ ਹੈ। ਮਜ਼ੀਦ ਅਸੀਂ ਜਿਹੜਾ ਨਾ ਇਨਸ਼ਾਅੱਲਾ ਇਸ ਤੇ ਵਲੌਗਿੰਗ ਵਗੈਰਾ ਕਰਦੇ ਰਹਾਂਗੇ। ਸੁਹੇਲ ਭਾਈ ਕੋਈ ਐਂਡ ਤੇ ਤੁਸੀਂ ਦੋਸਤਾਂ ਨੂੰ ਮੱਤ ਦੇਣਾ ਚਾਹੋ ਤੇ ਦੇ ਸਕਦੇ ਹੋ, ਕਿ ਜਿਹੜੀ ਤੁਸੀਂ ਆਖੋਗੇ ਯਾਰ ਮੇਰੇ ਬੜਾ ਦਿਲ ਕਰਦਾ ਮੈਂ ਲੋਕਾਂ ਨੂੰ ਇਹ ਗੱਲ ਦੱਸਾਂਗੇ ਯਾਰ ਗੱਲ ਉਹ ਹੀ ਆਖਰੀ ਤਜਰਬਾ ਇਹ ਹੀ ਹੈ ਜੀ। ਬਿਹਤਰ ਕਿ ਜਿਵੇਂ ਵੀ ਆਉਂਦੇ ਨੇ ਲੀਗਲ ਆਉਣ ਅਨਲੀਗਲ ਆਉਣ। ਅੱਛਾ ਸਹੀ ਹੈ। ਸਿੱਧੇ ਪੁਰਤਗਾਲ ਜਾਣ। ਜੀ। ਸਹੀ ਹੈ। ਕਿਉਂਕਿ ਉਸ ਵੇਲੇ ਬੰਦੇ ਕੋਲ ਚਾਂਸ ਹੁੰਦੇ ਨੇ। ਉਹ ਇੰਜ ਇੱਥੇ ਜਿਸ ਵੇਲੇ ਬੰਦਾ ਨਵਾਂ ਹੁੰਦਾ ਉਸ ਵੇਲੇ ਬੰਦੇ ਕੋਲ ਨਾ ਉਹਨੂੰ ਦਿਹਾੜੀਆਂ ਦਾ ਹੁੰਦਾ ਨਾ ਪੈਸਿਆਂ ਦਾ ਇੰਨਾ ਹੁੰਦਾ। ਸਹੀ ਹੈ। ਲੇਕਿਨ ਕਈ ਨੇ ਉਹ ਕਰਜ਼ਾ ਚੁੱਕ ਕੇ ਆਉਂਦੇ ਨੇ, ਉਹ ਫਿਰ ਜ਼ਲਾਲਤਾਂ ਉਹਨਾਂ ਨੂੰ ਪਿੱਛੇ ਦੀਆਂ ਦਿਸਦੀਆਂ ਨੇ, ਉਹ ਕੰਮ ਤੇ ਲੱਗ ਜਾਂਦੇ। ਬਿਲਕੁਲ ਘਰ ਦੀਆਂ ਮਜਬੂਰੀਆਂ ਤੋਂ ਜਿੰਦੀ ਵਜ੍ਹਾ ਤੋਂ ਲੋਕ ਇਹਦੀ ਵਜ੍ਹਾ ਤੋਂ ਫਿਰ ਬੰਦਾ ਲੇਟ ਹੁੰਦਾ ਉੱਥੇ ਸਾਲ ਲੱਗ ਜਾਂਦੇ ਨੇ, ਪਿਛਲੇ ਆਉਂਦੇ ਨੇ ਉਹ ਪੇਪਰ ਨਹੀਂ ਬਣੇ। ਇੰਜ ਨਹੀਂ ਹੋਇਆ। ਜਿੰਨਾ ਚਿਰ ਬੰਦਾ ਕਿਸੇ ਚੀਜ਼ ਦੇ ਮਗਰ ਇੱਥੇ ਨਹੀਂ ਟੁਰਦਾ, ਅੱਛਾ ਜੀ, ਅਗਲੇ ਨੂੰ ਉਹਨਾਂ ਨੂੰ ਤਾਂ ਪਤਾ ਵੀ ਅਗਲਾ ਇਹ ਰਿਸਕ ਆਪਣਾ ਸੀਰੀਅਸ ਹੀ ਨਹੀਂ ਹੈ ਇਸ ਚੀਜ਼ ਪਿੱਛੇ। ਜੀ ਜੀ ਬਿਲਕੁਲ। ਸਹੀ। ਇੱਕ ਬੰਦਾ ਸੀਰੀਅਸ ਹੋ ਕੇ ਉਹਨਾਂ ਦੇ ਮਗਰ ਲੱਗਾ ਰਵੇ, ਉਹਨਾਂ ਜਿੱਥੇ ਅਪਾਇੰਟਮੈਂਟ ਕੋ ਦਿੰਦੇ ਨੇ, ਕੋਈ ਵੀ ਕੋਈ ਡਾਕੂਮੈਂਟ ਤੁਹਾਡੇ ਕੋਲ ਕੋਈ ਚੀਜ਼ ਤੁਸੀਂ ਲੈਣੀ ਨਹੀਂ, ਉਹਨਾਂ ਦੇ ਮਗਰ ਜਾਣਾ ਜੇ ਤੁਸੀਂ ਦੇਣੀ। ਸਹੀ। ਅਗਰ ਤੁਸੀਂ ਜਾਣਾ ਨਹੀਂ, ਪੈਰਵਾਈ ਨਹੀਂ ਕਰਨੀ ਹੁੰਦੀ ਉਸ ਚੀਜ਼ ਦੀ, ਉਹਨਾਂ ਕੀ ਤੁਹਾਨੂੰ ਦੇਣਾ? ਕੁਝ ਵੀ ਨਹੀਂ ਦੇਣਾ। ਬਿਲਕੁਲ ਬਿਲਕੁਲ। ਉਹਨਾਂ ਨੂੰ ਤਾਂ ਬਿਲਕੁਲ ਨਾ ਆਓ। ਸਹੀ ਸਹੀ। ਰਹਿ ਗਈ ਗੱਲ ਨਵਾਂ ਬੰਦਾ ਆਵੇ ਉੱਤੇ, ਚਲੋ ਗੁਜ਼ਾਰਾ ਹੁੰਦਾ ਬੰਦੇ ਦਾ, ਸੈਲਰੀ ਉੱਤੇ ਨਹੀਂ ਪੁਰਤਗਾਲ ਹੈ ਨਹੀਂ। ਦੂਸਰਾ ਇਹ ਵੀ ਕਿ ਤੁਹਾਨੂੰ ਸਾਲ ਡੇਢ ਦੇ ਵਿੱਚ ਪੇਪਰ ਲੱਗ ਜਾਂਦੇ ਨੇ, 5 ਸਾਲਾਂ ਬਾਅਦ ਪਾਸਪੋਰਟ, ਫਿਰ ਯੂਰਪੀ ਯੂਨੀਅਨ ਕਿਸੇ ਚ ਵੀ ਟੁਰ ਜਿਓ ਤੁਸੀਂ। ਸਹੀ ਹੈ। ਲੀਗਲ ਤੌਰ ਤੇ ਤੁਸੀਂ ਕੰਮ ਕਰ ਸਕਦੇ ਹੋ, ਯੂਕੇ ਅਮਰੀਕਾ ਵੀ ਜਾ ਸਕਦੇ ਹੋ ਉਸ ਪਾਸਪੋਰਟ ਜਿੱਥੇ ਮਰਜ਼ੀ ਜਾ ਸਕਦੇ ਹੋ। ਉਹਦੀ ਪਹਿਲੇ ਕਾਰਡ ਤੇ TRC ਜਿਹੜੀ ਪਹਿਲਾ ਕਾਰਡ, ਉਹਦੇ ਤੇ ਡਾਇਰੈਕਟ ਤੁਹਾਡੀ ਮੈਕਸੀਕੋ ਐਂਟਰੀ। ਵਾਹ ਜੀ ਵਾਹ, ਜ਼ਬਰਦਸਤ। ਉਸ ਤੋਂ ਬਾਅਦ ਆਪਣਾ GNG ਕਰਦੇ ਨੇ, ਇੱਥੋਂ ਆਪਣਾ ਪੁਰਤਗਾਲ ਦਾ ਕਾਰਡ ਲਿਆ TRC ਤੇ ਉੱਥੇ ਗਿਆ ਆਪਣਾ ਮੈਕਸੀਕੋ ਤੋਂ ਡੈਂਕੀ ਲਾ ਕੇ ਅਮਰੀਕਾ। ਅਗਰ ਤੁਹਾਡੇ ਕੋਲ ਪਾਸਪੋਰਟ ਹੈ ਤੁਸੀਂ ਲੀਗਲ ਤੌਰ ਤੇ ਉੱਥੇ ਅਮਰੀਕਾ ਜਾਓ, ਕੈਨੇਡਾ ਜਾਓ, ਜਿੱਥੇ ਮਰਜ਼ੀ ਜਾਓ। ਲੋ ਜੀ, ਇਹ ਜਨਾਬ ਸੁਹੇਲ ਸਾਹਿਬ ਦੀ ਸਾਡੇ ਨਾਲ ਸਟੋਰੀ ਸੀ, ਆਪ ਬੀਤੀ ਸੀ। ਇਨਸ਼ਾਅੱਲਾ ਨੈਕਸਟ ਟਾਈਮ ਅਗਰ ਫਿਰ ਟਾਈਮ ਮਿਲਿਆ ਤੇ ਮਜ਼ੀਦ ਗੁਫ਼ਤਗੂ ਇਹਨਾਂ ਦੇ ਨਾਲ ਕਰਾਂਗੇ। ਬਾਕੀ ਅੱਜ ਦਾ ਵਲੌਗ ਜਿਹੜਾ ਅਸੀਂ ਇੱਥੇ ਖਤਮ ਕਰਦੇ ਹਾਂ, ਕਿਉਂਕਿ ਢੇਰ ਬਾਰਿਸ਼ ਹੋ ਰਹੀ ਹੈ, ਲੇਕਿਨ ਅਸੀਂ ਫਿਰ ਵੀ ਬੈਕ ਵੀਡੀਓ ਬਣਾ ਦਿੱਤੀ ਹੈ। ਮਿਲਾਂਗੇ ਨਈ ਵੀਡੀਓ ਦੇ ਵਿੱਚ। ਅੱਲਾਹ ਹਾਫਿਜ਼ ਜੀ। ਕਰੋ ਸਟਾਪ ਆਲੇ ਜਿੱਤੇ ਤੂੰ ਛੜੇ ਸਾਰਾ ਛੋੜ ਵੇਲਾ ਵੇਲਾ ਉਹ ਸਾਰੀ ਚੰਗਾ ਸਾਡਾ ਵਲੌਗ ਬੰਨੇ ਹੈ ਕਿਉਂ ਡਿਪਟੀ ਯਾਰ ਨਾ ਕੋਈ ਚੀਜ਼ ਬੰਨਣ ਵਾਸਤੇ ਕਿਸੇ ਨੂੰ ਖੋਲਣਾ ਵੀ ਪੈਂਦਾ। ਨਹੀਂ ਇਹ ਪਲੈਨਿੰਗ ਸੀ, ਇਹ ਤੇ ਫਿਰ ਉਹ ਬੰਦਾ ਝੱਕ ਜਾਂਦਾ। ਮੈਂ ਹੁਣ ਝੱਕ ਕੇ ਸਾਰੀਆਂ ਕਰਦਾ ਹਾਂ ਤੇ ਜਲਾਲਤਾਂ। ਨਹੀਂ ਉਹ ਤਾਂ ਫਿਰ ਜਿਹੜੇ ਤਜਰਬੇ ਹੋਏ ਹੀ ਨਹੀਂ ਹੁਣ ਜਲਾਲਤਾਂ ਉਹ ਨਿਜ਼ਾਮ